प्यारे विद्यार्थियों, ਭਾਰਤ ਸੰਬੰਧੀ ਅਕਸਰ ਇਹ ਕੁਐਸਚਨ ਪੈਦਾ ਹੁੰਦਾ ਰਹਿੰਦਾ ਹੈ ਕਿ ਭਾਰਤ ਇਕਾਤਮਕ ਸਰੂਪ ਦਾ ਰਾਜ ਹੈ ਜਾਂ ਸੰਘੀ ਕਿਸਮ ਦਾ ਰਾਜ ਹੈ, ਕਿਉਂਕਿ ਭਾਰਤ ਦੇ ਵਿੱਚ ਸਾਨੂੰ ਦੋਵੇਂ ਹੀ ਤਰ੍ਹਾਂ ਦੇ ਲੱਛਣ ਮਿਸ਼ਰਤ ਰੂਪ ਦੇ ਵਿੱਚ ਮਿਲਦੇ ਹਨ। ਕੁਝ ਲੱਛਣ ਇਕਾਤਮਕ ਸਰੂਪ ਦੇ ਹਨ, ਕੁਝ ਸੰਘੀ ਸਰੂਪ ਦੇ ਹਨ। ਅਸੀਂ ਇਸ ਕੁਐਸਚਨ ਦੇ ਵਿੱਚ ਭਾਰਤ ਦੇ ਦੋਵੇਂ ਹੀ ਤਰ੍ਹਾਂ ਦੇ ਜੋ ਫੀਚਰ ਹਨ ਉਹਨਾਂ ਦਾ ਅਧਿਐਨ ਕਰਾਂਗੇ ਅਤੇ ਫਿਰ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਦਾ ਸਰੂਪ ਅਸਲ ਦੇ ਵਿੱਚ ਕਿਸ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾਂ ਅਸੀਂ ਸੰਘੀ ਰਾਜ ਦੇ ਅਰਥ ਤੋਂ ਸ਼ੁਰੂ ਕਰਦੇ ਹਾਂ ਕਿ ਸੰਘੀ ਰਾਜ ਕਿਹਾ ਕਿਸ ਨੂੰ ਜਾਂਦਾ ਹੈ। ਕੋਈ ਰਾਜ ਸੰਘੀ ਹੋ ਸਕਦਾ ਹੈ ਜਾਂ ਇਕਾਤਮਕ ਕਿਸਮ ਦਾ ਹੋ ਸਕਦਾ ਹੈ। ਦੋਹਾਂ ਦੇ ਵਿੱਚ ਅਸੀਂ ਅੰਤਰ ਨੂੰ ਜੇ ਸਮਝੀਏ ਤਾਂ ਸਾਨੂੰ ਸੰਘੀ ਰਾਜ ਨੂੰ ਸਮਝਣਾ ਆਸਾਨ ਹੋ ਜਾਵੇਗਾ। ਜੋ ਸੰਘੀ ਰਾਜ ਹੈ ਉਹ ਉਸ ਵਿੱਚ ਦੋਹਰੀ ਸਰਕਾਰ ਹੁੰਦੀ ਹੈ, ਦੋਹਰੀ ਸ਼ਾਸਨ ਪ੍ਰਣਾਲੀ ਹੁੰਦੀ ਹੈ, ਇੱਕ ਸੰਘੀ ਸਰਕਾਰ ਅਤੇ ਇੱਕ ਹਰੇਕ ਰਾਜ ਦੀ ਆਪਣੀ ਸਰਕਾਰ। ਅਤੇ ਦੋਵਾਂ ਹੀ ਤਰ੍ਹਾਂ ਦੀਆਂ ਦੋਵੇਂ ਹੀ ਪੱਧਰਾਂ ਦੀਆਂ ਜੋ ਸਰਕਾਰਾਂ ਨੇ ਉਹ ਆਪਣੀਆਂ ਸ਼ਕਤੀਆਂ ਡਾਇਰੈਕਟ ਤੌਰ 'ਤੇ ਸੰਵਿਧਾਨ ਤੋਂ ਪ੍ਰਾਪਤ ਕਰਦੀਆਂ ਹਨ। ਸੰਘੀ ਸਰਕਾਰ ਨੂੰ ਵੀ ਸ਼ਕਤੀ ਸੰਵਿਧਾਨ ਪ੍ਰਦਾਨ ਕਰਦਾ ਹੈ, ਰਾਜਾਂ ਦੀਆਂ ਸਰਕਾਰਾਂ ਨੂੰ ਵੀ ਸ਼ਕਤੀ ਸੰਵਿਧਾਨ ਪ੍ਰਦਾਨ ਕਰਦਾ ਹੈ। ਇਸ ਤੋਂ ਦੂਸਰੇ ਪਾਸੇ ਜਿਹੜਾ ਇੱਕ ਇਕਾਤਮਕ ਕਿਸਮ ਦਾ ਰਾਜ ਪ੍ਰਬੰਧ ਹੁੰਦਾ ਹੈ ਉਸ ਵਿੱਚ ਇੱਕ ਹੀ ਸਰਕਾਰ ਹੁੰਦੀ ਹੈ, ਯੂਨਿਟਰੀ ਸਰਕਾਰ ਹੁੰਦੀ ਹੈ, ਕੇਂਦਰ ਸਰਕਾਰ ਹੁੰਦੀ ਹੈ ਅਤੇ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਨੇ ਜੋ ਉਹ ਸੰਵਿਧਾਨ ਉਸੇ ਹੀ ਸਰਕਾਰ ਨੂੰ ਸੌਂਪਦਾ ਹੈ, ਕਿਉਂਕਿ ਅਜਿਹੀ ਸ਼ਾਸਨ ਪ੍ਰਬੰਧ ਦੇ ਵਿੱਚ ਰਾਜਾਂ ਦੀਆਂ ਵੱਖਰੀਆਂ ਸਰਕਾਰਾਂ ਨਹੀਂ ਹੁੰਦੀਆਂ। ਪਰੰਤੂ ਅਜਿਹਾ ਵੀ ਹੋ ਸਕਦਾ ਹੈ ਕਿ ਕੋਈ ਇਕਾਤਮਕ ਰਾਜ ਬਹੁਤ ਵੱਡਾ ਹੋਵੇ ਅਤੇ ਉਸ ਦਾ ਚੰਗੇ ਤਰੀਕੇ ਨਾਲ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਉਸ ਨੂੰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵੰਡਿਆ ਜਾਵੇ, ਪਰੰਤੂ ਅਜਿਹੇ ਖੇਤਰਾਂ ਨੂੰ ਫਿਰ ਰਾਜ ਨਹੀਂ ਕਿਹਾ ਜਾਂਦਾ, ਇਹਨਾਂ ਨੂੰ ਸੂਬੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਨਾਮ ਦਿੱਤਾ ਜਾਂਦਾ ਹੈ। ਇਹਨਾਂ ਸੂਬਿਆਂ ਦੇ ਗਵਰਨਰ, ਐਡਮਿਨਿਸਟ੍ਰੇਟਰ ਵਗੈਰਾ ਲਗਾਏ ਜਾ ਸਕਦੇ ਹਨ, ਪਰੰਤੂ ਉਹ ਆਪਣੀਆਂ ਸ਼ਕਤੀਆਂ ਸਿੱਧੀਆਂ ਸੰਵਿਧਾਨ ਤੋਂ ਪ੍ਰਾਪਤ ਨਹੀਂ ਕਰਦੇ, ਉਹ ਆਪਣੀਆਂ ਸ਼ਕਤੀਆਂ ਕੇਂਦਰ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਅਤੇ ਇਹ ਵੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਇੱਕ ਸੂਬੇ ਦੇ ਗਵਰਨਰ ਨੂੰ ਜ਼ਿਆਦਾ ਸ਼ਕਤੀਆਂ ਦੇਵੇ, ਦੂਸਰੇ ਸੂਬੇ ਦੇ ਗਵਰਨਰ ਨੂੰ ਘੱਟ ਸ਼ਕਤੀਆਂ ਦੇਵੇ, ਕਿਉਂਕਿ ਇਹਨਾਂ ਗਵਰਨਰਾਂ ਦੀਆਂ ਜਾਂ ਪ੍ਰਸ਼ਾਸਕਾਂ ਦੀਆਂ ਜੋ ਸ਼ਕਤੀਆਂ ਨੇ ਉਹ ਕੇਂਦਰ ਸਰਕਾਰ ਦੀ ਇੱਛਾ 'ਤੇ ਨਿਰਭਰ ਕਰਦੀਆਂ ਹਨ। ਇਸ ਲਈ ਬੇਸ਼ੱਕ ਇਕਾਤਮਕ ਕਿਸਮ ਦੇ ਰਾਜ ਦੀ ਵੰਡ ਵੀ ਕੀਤੀ ਗਈ ਹੋਵੇ ਸੂਬਿਆਂ ਦੇ ਵਿੱਚ, ਪਰੰਤੂ ਉਸ ਦੇ ਵਿੱਚ ਕੁਝ ਲੱਛਣ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹ ਸੰਘੀ ਸਰੂਪ ਤੋਂ ਵੱਖਰੀ ਕਿਸਮ ਦਾ ਹੁੰਦਾ ਹੈ। ਸੰਘੀ ਸਰੂਪ ਦੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਰਾਜਾਂ ਦੀ ਆਪਣੀ ਐਗਜ਼ਿਸਟੈਂਸ ਹੁੰਦੀ ਹੈ। ਰਾਜ ਨੇ ਜਿਹੜੇ ਉਹਨਾਂ ਨੂੰ ਕਾਫੀ ਸ਼ਕਤੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਸ਼ਕਤੀਆਂ ਸਭ ਤੋਂ ਵੱਡੀ ਗੱਲ ਹੈ ਕਿ ਸਿੱਧੇ ਤੌਰ 'ਤੇ ਸੰਵਿਧਾਨ ਤੋਂ ਹੀ ਰਾਜਾਂ ਨੂੰ ਮਿਲੀਆਂ ਹੁੰਦੀਆਂ ਹਨ। ਆਓ ਹੁਣ ਭਾਰਤ ਦੇ ਦੋਵੇਂ ਹੀ ਤਰ੍ਹਾਂ ਦੇ ਲੱਛਣਾਂ ਬਾਰੇ ਗੱਲ ਕਰਦੇ ਹਾਂ। ਭਾਰਤ ਦੇ ਸੰਵਿਧਾਨ ਸੰਬੰਧੀ ਅਸੀਂ ਡਿਸਕਸ ਕੀਤਾ ਹੈ ਕਿ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਹੈ, ਸ਼ਾਸਨ ਪ੍ਰਬੰਧ ਹੈ, ਕਿਉਂਕਿ ਦੋਨੇ ਹੀ ਤਰ੍ਹਾਂ ਦੇ ਸਾਨੂੰ ਫੀਚਰ ਇਹਦੇ ਵਿੱਚ ਮਿਲਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿਸ ਸਮੇਂ ਭਾਰਤੀ ਸੰਘ ਦਾ ਗਠਨ ਕੀਤਾ ਜਾ ਰਿਹਾ ਸੀ, ਸੁਤੰਤਰਤਾ ਤੋਂ ਬਾਅਦ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਉਸ ਸਮੇਂ ਭਾਰਤ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਸੀ ਜਿਸ ਤਰ੍ਹਾਂ ਹੋਰ ਰਾਜਾਂ ਦੇ ਸੰਘੀ ਰਾਜਾਂ ਦੇ ਗਠਨ ਸਮੇਂ ਉੱਥੇ ਦੇ ਹਾਲਾਤ ਸੀ। ਦੁਨੀਆ ਦੇ ਵਿੱਚ ਕੁਝ ਰਾਜਾਂ ਨੂੰ ਮਾਡਲ ਸੰਘੀ ਰਾਜ ਮੰਨਿਆ ਜਾਂਦਾ ਹੈ, ਜਿਵੇਂ ਕਿ USA ਜਾਂ ਸਵਿਟਜ਼ਰਲੈਂਡ ਆਦਿ ਨੂੰ। ਉਹਨਾਂ ਰਾਜਾਂ ਦੇ ਹਾਲਾਤ ਅਲੱਗ ਕਿਸਮ ਦੇ ਸੀ, ਭਾਰਤ ਦੇ ਹਾਲਾਤ ਅਲੱਗ ਕਿਸਮ ਦੇ ਸੀ। ਭਾਰਤ ਦੀ ਉਸ ਸਮੇਂ ਮੰਦਭਾਗੀ ਵੰਡ ਹੋ ਕੇ ਹਟੀ ਸੀ ਦੋ ਰਾਜਾਂ ਦੇ ਵਿੱਚ, ਭਾਰਤ ਔਰ ਪਾਕਿਸਤਾਨ ਦੇ ਵਿੱਚ। ਇਸ ਲਈ ਰਾਜਾਂ ਨੂੰ ਉਹ ਸ਼ਕਤੀਆਂ ਨਹੀਂ ਦਿੱਤੀਆਂ ਗਈਆਂ। ਰਾਜਾਂ ਦਾ ਸਰੂਪ ਉਹ ਉਸ ਕਿਸਮ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਅਮਰੀਕਾ ਦੇ ਵਿੱਚ ਹੈ, USA ਦੇ ਵਿੱਚ ਹੈ ਜਾਂ ਸਵਿਟਜ਼ਰਲੈਂਡ ਦੇ ਵਿੱਚ ਹੈ। ਉਹ ਜਾਣਦੇ ਹਾਂ ਇਸ ਸੰਬੰਧੀ ਮਾਹਿਰਾਂ ਦੀ ਕੀ ਰਾਏ ਹੈ। ਡਾਕਟਰ BR ਅੰਬੇਦਕਰ ਜੀ, ਜਿਹੜੇ ਕਿ ਸੰਵਿਧਾਨ ਸਭਾ ਦੀ ਇੱਕ ਬਹੁਤ ਹੀ ਮਹੱਤਵਪੂਰਨ ਕਮੇਟੀ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ, ਉਹਨਾਂ ਨੇ ਜਦੋਂ ਚੇਅਰਮੈਨ ਹੋਣ ਦੇ ਤੌਰ 'ਤੇ ਡਰਾਫਟ ਕੌਂਸਟੀਟਿਊਸ਼ਨ ਨੂੰ ਸੰਵਿਧਾਨ ਸਭਾ ਅੱਗੇ ਰੱਖਿਆ ਕੌਂਸੀਡਰੇਸ਼ਨ ਦੇ ਲਈ, ਤਾਂ ਉਹਨਾਂ ਨੇ ਕਿਹਾ ਸੀ ਕਿ ਮਸੌਦਾ ਸੰਵਿਧਾਨ ਸੰਘਾਤਮਕ ਸੰਵਿਧਾਨ ਹੈ, ਕਿਉਂਕਿ ਇਹ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ, ਭਾਵ ਦੋ ਸਰਕਾਰਾਂ ਹੋਣਗੀਆਂ, ਇੱਕ ਰਾਜ ਦੀ ਸਰਕਾਰ, ਇੱਕ ਕੇਂਦਰ ਦੀ, ਇਸ ਲਈ ਇਹ ਇੱਕ ਸੰਘੀ ਸੰਵਿਧਾਨ ਹੈ। ਦੂਸਰੇ ਪਾਸੇ ਇੱਕ ਬਹੁਤ ਹੀ ਸੁਲਝੇ ਹੋਏ ਕੌਂਸਟੀਟਿਊਸ਼ਨਲ ਕਮੈਂਟੇਟਰ KC ਵੇਅਰ ਦਾ ਵਿਚਾਰ ਹੈ ਕਿ ਭਾਰਤ ਇਕਾਤਮਕ ਵਿਸ਼ੇਸ਼ਤਾਵਾਂ ਵਾਲਾ ਸੰਘੀ ਰਾਜ ਹੋਣ ਦੀ ਬਜਾਏ ਸੰਘਾਤਮਕ ਵਿਸ਼ੇਸ਼ਤਾਵਾਂ ਵਾਲਾ ਇਕਾਤਮਕ ਰਾਜ ਹੈ। ਇਸ ਤਰ੍ਹਾਂ ਦੋਵੇਂ ਹੀ ਜਿਹੜੇ ਮਾਹਿਰ ਨੇ, ਡਾਕਟਰ BR ਅੰਬੇਦਕਰ ਜੀ ਅਤੇ KC ਵੇਅਰ, ਦੋਹਾਂ ਦੇ ਵਿਚਾਰ ਨੇ ਜਿਹੜੇ ਸੰਘਵਾਦ ਸੰਬੰਧੀ, ਭਾਰਤ ਦੇ ਸਰੂਪ ਸੰਬੰਧੀ, ਉਹ ਇੱਕ ਦੂਸਰੇ ਤੋਂ ਡਿਫਰੈਂਟ ਨੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਪਹਿਲੇ ਸੈਕਸ਼ਨ ਦੇ ਵਿੱਚ ਭਾਰਤੀ ਰਾਜਨੀਤਿਕ ਪ੍ਰਣਾਲੀ ਦੀਆਂ ਸੰਘੀ ਵਿਸ਼ੇਸ਼ਤਾਵਾਂ। ਇੱਕ ਸੰਘੀ ਪ੍ਰਣਾਲੀ ਲਈ ਲਿਖਤੀ ਸੰਵਿਧਾਨ ਦਾ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਭਾਰਤ ਦਾ ਸੰਵਿਧਾਨ ਲਿਖਤੀ ਸਰੂਪ ਦਾ ਹੈ।
ਇਸ ਦੇ 395 ਆਰਟੀਕਲ ਹਨ ਜਿਨ੍ਹਾਂ ਨੂੰ 22 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਦੇ ਬਾਅਦ 12 ਅਨੁਸੂਚੀਆਂ ਜਾਂ ਸ਼ਡਿਊਲ ਲੱਗੇ ਹੋਏ ਹਨ। ਇਹਨਾਂ ਆਰਟੀਕਲਸ ਦੀ ਗਿਣਤੀ ਅਤੇ ਭਾਗਾਂ ਦੀ ਗਿਣਤੀ ਹੁਣ ਚੇਂਜ ਹੋ ਚੁੱਕੀ ਹੈ ਅਲੱਗ-ਅਲੱਗ ਸੰਵਿਧਾਨਕ ਸੋਧਾਂ ਦੇ ਨਾਲ, ਪਰੰਤੂ ਇਹਨਾਂ ਦੀ ਜੋ ਨੰਬਰਿੰਗ ਹੈ ਉਹ 395 ਆਰਟੀਕਲਸ ਦੀ 395 ਤੱਕ ਅਤੇ ਭਾਗਾਂ ਦੀ 22 ਭਾਗ ਤੱਕ ਹੀ ਰੱਖੀ ਗਈ ਹੈ। ਭਾਰਤੀ ਸੰਵਿਧਾਨ ਕਠੋਰ ਸੰਵਿਧਾਨ ਹੈ ਅਤੇ ਇੱਕ ਸੰਘੀ ਸੰਵਿਧਾਨ ਦਾ ਕਠੋਰ ਸੰਵਿਧਾਨ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਸੰਘੀ ਸੰਵਿਧਾਨ ਕਠੋਰ ਸੰਵਿਧਾਨ ਨਹੀਂ ਹੋਵੇਗਾ ਤਾਂ ਕੇਂਦਰ ਦੀ ਸਰਕਾਰ ਕਦੇ ਵੀ ਸੰਵਿਧਾਨ ਨੂੰ ਆਪਣੇ ਫੇਵਰ ਦੇ ਵਿੱਚ ਸੋਧ ਸਕਦੀ ਹੈ ਅਤੇ ਭਾਰਤੀ ਸੰਵਿਧਾਨ ਇਹ ਸ਼ਰਤ ਪੂਰੀ ਕਰਦਾ ਹੈ। ਭਾਰਤੀ ਸੰਵਿਧਾਨ ਦਾ ਉਹ ਹਿੱਸਾ ਜਿਹੜਾ ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧਾਂ ਨੂੰ ਤੈਅ ਕਰਦਾ ਹੈ ਉਹ ਬਹੁਤ ਕਠੋਰ ਹੈ। ਉਸ ਵਿੱਚ ਸੋਧ ਕਰਨ ਲਈ ਸੰਸਦ ਸਿੰਪਲ ਮੈਜੋਰਟੀ ਦੇ ਨਾਲ ਕੋਈ ਸਟੈਪ ਨਹੀਂ ਚੁੱਕ ਸਕਦੀ। ਪਹਿਲਾਂ ਸੰਸਦ ਆਪੋ ਦੇ ਦੋਨੇ ਸਦਨ ਆਪੋ ਆਪਣੀ 2/3 ਮੈਜੋਰਟੀ ਦੇ ਨਾਲ ਸੰਵਿਧਾਨਕ ਸੋਧ ਬਿੱਲ ਪਾਸ ਕਰਦੇ ਹਨ, ਫਿਰ ਉਹ ਰਾਜਾਂ ਕੋਲ ਭੇਜਿਆ ਜਾਂਦਾ ਹੈ। ਜੇ ਘੱਟੋ ਘੱਟ ਅੱਧੇ ਰਾਜਾਂ ਦੇ ਵਿਧਾਨ ਮੰਡਲ ਵੀ ਉਸ ਸੰਵਿਧਾਨਕ ਸੋਧ ਲਈ ਸਹਿਮਤ ਹੋ ਜਾਣ ਤਾਂ ਉਸ ਸੰਵਿਧਾਨਕ ਸੋਧ ਨੂੰ ਰਾਸ਼ਟਰਪਤੀ ਦੇ ਹਸਤਾਖਰਾਂ ਲਈ ਭੇਜਿਆ ਜਾ ਸਕਦਾ ਹੈ। ਇਸ ਤਰ੍ਹਾਂ ਸੰਵਿਧਾਨ ਦਾ ਉਹ ਹਿੱਸਾ ਜਿਹੜਾ ਕੇਂਦਰ ਰਾਜ ਸੰਬੰਧ ਤੈਅ ਕਰਦਾ ਹੈ ਉਹ ਕਾਫੀ ਕਠੋਰ ਹੈ ਅਤੇ ਰਾਜਾਂ ਦੀ ਸਹਿਮਤੀ ਬਿਨਾਂ ਉਸ ਵਿੱਚ ਕੋਈ ਸੋਧ ਨਹੀਂ ਹੋ ਸਕਦੀ। ਅਤੇ ਸੰਘੀ ਸ਼ਾਸਨ ਪ੍ਰਣਾਲੀ ਵਾਂਗ ਭਾਰਤ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਹੈ। ਭਾਰਤ ਦੇ ਵਿੱਚ 2 ਸਰਕਾਰਾਂ ਹਨ, ਇੱਕ ਸੰਘ ਸਰਕਾਰ ਅਤੇ ਇੱਕ ਹਰੇਕ ਰਾਜ ਦੀ ਆਪਣੀ ਸਰਕਾਰ। ਰਾਜਾਂ ਦੀਆਂ ਸਰਕਾਰਾਂ ਆਪਣੀਆਂ ਸ਼ਕਤੀਆਂ ਲਈ, ਆਪਣੇ ਅਧਿਕਾਰਾਂ ਲਈ ਕੇਂਦਰ ਸਰਕਾਰ ਤੇ ਨਿਰਭਰ ਨਹੀਂ ਹਨ। ਉਹਨਾਂ ਨੂੰ ਇਹ ਸ਼ਕਤੀਆਂ ਸੰਵਿਧਾਨ ਨੇ ਹੀ ਵੰਡ ਕੇ ਦਿੱਤੀਆਂ ਹਨ ਅਤੇ ਸੰਵਿਧਾਨ ਦੇ ਵਿੱਚ ਇਹਨਾਂ ਦੋਵਾਂ ਹੀ ਪੱਧਰਾਂ ਦੀਆਂ ਸਰਕਾਰਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ, ਜਿਹੜੀ ਕਿ ਇੱਕ ਸੰਘੀ ਸੰਵਿਧਾਨ ਲਈ, ਇੱਕ ਸੰਘੀ ਰਾਜਨੀਤਿਕ ਪ੍ਰਣਾਲੀ ਲਈ ਜ਼ਰੂਰੀ ਹੁੰਦੀ ਹੈ। ਭਾਰਤੀ ਸੰਵਿਧਾਨ ਦਾ ਜਿਹੜਾ 7ਵਾਂ ਸ਼ਡਿਊਲ ਹੈ ਉਸ ਵਿੱਚ 3 ਸੂਚੀਆਂ, 3 ਲਿਸਟਾਂ ਦਿੱਤੀਆਂ ਗਈਆਂ ਹਨ। ਇਹ ਜਿਹੜੀਆਂ ਸੂਚੀਆਂ ਹਨ ਉਹ ਇਸ ਤਰ੍ਹਾਂ ਹਨ। ਪਹਿਲੀ ਸੂਚੀ ਨੂੰ ਯੂਨੀਅਨ ਲਿਸਟ ਕਿਹਾ ਜਾਂਦਾ ਹੈ, ਜਿਸ ਵਿੱਚ ਰਾਸ਼ਟਰੀ ਮਹੱਤਤਾ ਵਾਲੇ 97 ਸਬਜੈਕਟਸ ਹਨ ਜਿਨ੍ਹਾਂ ਬਾਰੇ ਸਾਡੀ ਯੂਨੀਅਨ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ, ਜਿਵੇਂ ਕਿ ਡਿਫੈਂਸ, ਰੇਲਵੇ, ਕਮਿਊਨੀਕੇਸ਼ਨ, ਫੋਰਨ ਰਿਲੇਸ਼ਨ ਆਦਿ। ਲਿਸਟ 2 ਦੇ ਵਿੱਚ ਨੂੰ ਸਟੇਟ ਲਿਸਟ ਕਿਹਾ ਜਾਂਦਾ ਹੈ, ਜਿਸ ਦੇ ਵਿੱਚ 66 ਸਬਜੈਕਟ ਹਨ, ਜਿਹਦੇ ਵਿੱਚ ਪੁਲਿਸ, ਪ੍ਰਿਜ਼ਨ, ਐਗਰੀਕਲਚਰ, ਰੋਡਸ ਆਉਂਦੇ ਹਨ। ਇਹਨਾਂ ਵਿਸ਼ਿਆਂ ਸੰਬੰਧੀ ਰਾਜ ਵਿਧਾਨ ਮੰਡਲ ਕਾਨੂੰਨ ਬਣਾ ਸਕਦਾ ਹੈ। ਅਤੇ ਤੀਸਰੀ ਸੂਚੀ ਨੂੰ ਕੰਕਰੈਂਟ ਲਿਸਟ ਜਾਂ ਸਮਵਰਤੀ ਸੂਚੀ ਕਿਹਾ ਜਾਂਦਾ ਹੈ। ਇਸ ਸੰਬੰਧੀ ਦੋਵੇਂ ਹੀ ਕਾਨੂੰਨ ਬਣਾ ਸਕਦੇ ਹਨ। ਪਾਰਲੀਮੈਂਟ ਵੀ ਕਾਨੂੰਨ ਬਣਾ ਸਕਦੀ ਹੈ, ਸਟੇਟ ਲੈਜਿਸਲੇਚਰ ਵੀ ਕਾਨੂੰਨ ਬਣਾ ਸਕਦੀ ਹੈ, ਪਰੰਤੂ ਜੇਕਰ ਕੋਈ ਕਾਨੂੰਨ ਕੰਟਰਾਡਿਕਟਰੀ ਹੋਵੇ, ਰਾਜ ਦਾ ਕਾਨੂੰਨ ਯੂਨੀਅਨ ਦੇ ਕਾਨੂੰਨ ਨਾਲੋਂ ਡਿਫਰੈਂਟ ਹੋਵੇ, ਤਾਂ ਯੂਨੀਅਨ ਦਾ ਕਾਨੂੰਨ, ਸੰਸਦ ਦਾ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਕੰਟਰਾਡਿਕਸ਼ਨ ਦੀ ਹੱਦ ਤੱਕ ਰਾਜ ਦਾ ਕਾਨੂੰਨ ਹੈ ਜਿਹੜਾ ਉਹ ਲਾਗੂ ਨਹੀਂ ਕੀਤਾ ਜਾ ਸਕਦਾ। ਪੰਜਵੀਂ ਵਿਸ਼ੇਸ਼ਤਾ ਹੁੰਦੀ ਹੈ ਸੰਘੀ ਰਾਜ ਦੀ ਕਿ ਇਸ ਵਿੱਚ ਸੰਵਿਧਾਨ ਸਰਵ ਉੱਚ ਹੁੰਦਾ ਹੈ। ਇਸ ਵਿੱਚ ਕੋਈ ਅਹੁਦਾ ਜਿਵੇਂ ਕਿ ਰਾਸ਼ਟਰਪਤੀ, ਸੰਸਦ, ਮੰਤਰੀ ਮੰਡਲ ਉਹ ਸਰਵ ਉੱਚ ਨਹੀਂ ਹੁੰਦਾ, ਸੰਵਿਧਾਨ ਸਰਵ ਉੱਚ ਹੁੰਦਾ ਹੈ। ਅਤੇ ਬਾਕੀ ਸਾਰੇ ਜਿਹੜੇ ਅਹੁਦੇ ਹਨ, ਸਾਰੇ ਜਿਹੜੇ ਆਫਿਸ ਹਨ, ਉਹ ਆਪਣੀਆਂ ਸ਼ਕਤੀਆਂ ਸੰਵਿਧਾਨ ਤੋਂ ਹੀ ਪ੍ਰਾਪਤ ਕਰਦੇ ਹਨ ਅਤੇ ਰਾਜ ਅਤੇ ਕੇਂਦਰ ਦੋਵੇਂ ਪੱਧਰ ਦੀਆਂ ਸਰਕਾਰਾਂ ਨੇ ਜਿਹੜੀਆਂ, ਉਹਨਾਂ ਨੂੰ ਵੀ ਸੰਵਿਧਾਨ ਦੁਆਰਾ ਜੋ ਦਾਇਰਾ ਨਿਸ਼ਚਿਤ ਕੀਤਾ ਗਿਆ ਹੈ 7th ਸ਼ਡਿਊਲ ਦੇ ਵਿੱਚ ਸਪੈਸ਼ਲੀ, ਉਹਨਾਂ ਦੇ ਅਧੀਨ ਹੀ ਕੰਮ ਕਰਨਾ ਪੈਂਦਾ ਹੈ। ਸੰਘੀ ਸੰਵਿਧਾਨ ਦੇ ਵਿੱਚ 2 ਸਦਨੀ ਵਿਧਾਨ ਮੰਡਲ ਜ਼ਰੂਰੀ ਹੁੰਦਾ ਹੈ ਅਤੇ ਭਾਰਤ ਦੇ ਵਿੱਚ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਸਦਨ ਹੈ ਉਹ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ ਜਿਹੜੇ ਸੰਘ ਦੇ ਵਿੱਚ ਸ਼ਾਮਲ ਹੁੰਦੇ ਹਨ। ਦੂਸਰਾ ਸਦਨ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਭਾਰਤ ਦਾ ਜਿਹੜਾ ਕੇਂਦਰੀ ਵਿਧਾਨ ਮੰਡਲ ਪਾਰਲੀਮੈਂਟ ਹੈ ਉਹ ਵੀ 2 ਸਦਨੀ ਹੈ। ਇਸ ਦੇ 2 ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਜਿਵੇਂ ਕਿ ਨਾਂ ਤੋਂ ਹੀ ਸਾਨੂੰ ਸਪਸ਼ਟ ਹੈ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਦੂਸਰੇ ਪਾਸੇ ਰਾਜ ਸਭਾ ਹੈ ਜਿਹੜੀ ਇਹ ਰਾਜਾਂ ਦੀ ਪ੍ਰਤੀਨਿਧਤਾ ਕਰਦੀ ਹੈ। ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਨਿਆਂ ਪਾਲਿਕਾ ਸਰਵਉੱਚ ਹੁੰਦੀ ਹੈ ਕਿਉਂਕਿ ਇਸ ਵਿੱਚ ਮਲਟੀਪਲ ਗਵਰਨਮੈਂਟਸ ਹੁੰਦੀਆਂ ਹਨ। ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ, ਕੇਂਦਰ ਦੀ ਆਪਣੀ ਵੱਖਰੀ ਸਰਕਾਰ ਹੁੰਦੀ ਹੈ। ਇਹਨਾਂ 'ਚ ਕੋਈ ਵੀ ਸਰਕਾਰ ਸੰਵਿਧਾਨ ਦੀ ਉਲੰਘਣਾ ਵੀ ਕਰ ਸਕਦੀ ਹੈ ਜਾਂ ਆਪਣੇ ਜੋ ਦਾਇਰਾ ਸੰਵਿਧਾਨ ਨੇ ਨਿਸ਼ਚਿਤ ਕੀਤਾ ਹੈ ਇਹਨਾਂ ਸਰਕਾਰਾਂ ਲਈ ਉਸ ਦੀ ਉਲੰਘਣਾ ਵੀ ਕਰ ਸਕਦੀ ਹੈ। ਸੰਵਿਧਾਨ ਫਿਰ ਇਹਨਾਂ ਦੇ ਦਾਇਰੇ ਬਾਰੇ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਦੀ ਵਿਆਖਿਆ ਲਈ ਅਤੇ ਇਹਨਾਂ ਸਾਰੀਆਂ ਸਰਕਾਰਾਂ ਨੂੰ ਆਪੋ ਆਪਣੇ ਦਾਇਰੇ ਦੇ ਵਿੱਚ ਰੱਖਣ ਲਈ ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਨਿਆਂ ਨੂੰ ਸਰਵਉੱਚ ਬਣਾਇਆ ਜਾਂਦਾ, ਨਿਆਂਪਾਲਿਕਾ ਨੂੰ ਸਰਵਉੱਚ ਬਣਾਇਆ ਜਾਂਦਾ ਹੈ। ਨਿਆਂਪਾਲਿਕਾ ਹੀ ਸੰਵਿਧਾਨ ਦੀ ਅੰਤਿਮ ਵਿਆਖਿਆਕਾਰ ਹੁੰਦੀ ਹੈ। ਅਤੇ ਭਾਰਤ ਵਿੱਚ ਹੈ ਜਿਹੜੀ
ਨਿਆਂਪਾਲਿਕਾ ਹੈ ਉਸ ਨੂੰ ਸਰਵ ਉੱਚ ਬਣਾਇਆ ਗਿਆ ਹੈ। ਸੰਵਿਧਾਨ ਸਰਵ ਉੱਚ ਹੈ ਅਤੇ ਉਸ ਦੀ ਅੰਤਿਮ ਵਿਆਖਿਆਕਾਰ ਦੇ ਤੌਰ 'ਤੇ ਨਿਆਂਪਾਲਿਕਾ ਸਰਵ ਉੱਚ ਹੈ। ਜੇਕਰ ਕੋਈ ਇੱਕ ਰਾਜ ਦਾ ਦੂਸਰੇ ਰਾਜ ਨਾਲ ਜਾਂ ਇੱਕ ਰਾਜ ਦਾ ਕੇਂਦਰ ਸਰਕਾਰ ਨਾਲ ਕੋਈ ਝਗੜਾ ਪੈਂਦਾ ਹੈ ਤਾਂ ਉਸ ਦਾ ਨਿਪਟਾਰਾ ਸੰਵਿਧਾਨ ਦੇ ਅਨੁਸਾਰ ਨਿਆਂਪਾਲਿਕਾ ਦੁਆਰਾ ਕੀਤਾ ਜਾਂਦਾ ਹੈ। ਇਹ ਸੀ ਭਾਰਤੀ ਸੰਵਿਧਾਨ ਦੀਆਂ ਉਹ ਵਿਸ਼ੇਸ਼ਤਾਵਾਂ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਭਾਰਤ ਦੇ ਵਿੱਚ ਸੰਘੀ ਸ਼ਾਸਨ ਪ੍ਰਣਾਲੀ ਹੈ। ਦੂਸਰੇ ਪਾਸੇ ਕੁਝ ਫੀਚਰਸ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਇਕਾਤਮਕ ਸਰੂਪ ਦੇ ਹਨ, ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਨਹੀਂ ਹੁੰਦੇ, ਇਕਾਤਮਕ ਰਾਜਾਂ ਵਿੱਚ ਹੁੰਦੇ ਹਨ। ਪਹਿਲਾ ਇਹਨਾਂ ਦੇ ਵਿੱਚ ਇਕਾਤਮਕ ਵਿਸ਼ੇਸ਼ਤਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸੰਘ ਸ਼ਬਦ ਦਾ ਕਿਤੇ ਇਸਤੇਮਾਲ ਹੀ ਨਹੀਂ ਕੀਤਾ ਗਿਆ। ਜਿਹੜਾ ਸਾਡਾ ਸਭ ਤੋਂ ਪਹਿਲਾ ਆਰਟੀਕਲ ਹੈ ਸੰਵਿਧਾਨ ਦਾ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਇੰਡੀਆ ਜਿਹੜਾ ਕਿ ਭਾਰਤ ਹੈ ਰਾਜਾਂ ਦਾ ਜੋੜ ਜਾਂ ਇਕੱਠ ਭਾਵ ਯੂਨੀਅਨ ਹੋਵੇਗਾ। ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਸੰਵਿਧਾਨ ਦੇ ਵਿੱਚ ਕਿਤੇ ਵੀ ਸੰਘ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਹ ਕੋਈ ਐਕਸੀਡੈਂਟਲ ਓਮਿਸ਼ਨ ਨਹੀਂ ਹੈ ਕਿ ਅਚਾਨਕ ਰਹਿ ਗਿਆ। ਇਹ ਸ਼ਬਦ ਹੈ ਜਿਹੜਾ ਜਾਣ ਬੁੱਝ ਕੇ ਬੜੇ ਕੈਲਕੂਲੇਟਿਵ ਤਰੀਕੇ ਦੇ ਨਾਲ ਛੱਡਿਆ ਗਿਆ ਹੈ ਸੰਵਿਧਾਨ ਸਭਾ ਦੁਆਰਾ। ਅਤੇ ਇਸ ਸੰਬੰਧੀ ਡਾਕਟਰ BR ਅੰਬੇਦਕਰ ਨੇ ਕਿਹਾ ਸੀ ਕਿ ਭਾਰਤ ਬੇਸ਼ੱਕ ਇੱਕ ਸੰਘ ਹੈ, ਪਰੰਤੂ ਇੱਥੇ ਸੰਘ ਸ਼ਬਦ ਦੀ ਵਰਤੋਂ ਇਸ ਲਈ ਨਹੀਂ ਕੀਤੀ ਗਈ ਕਿਉਂਕਿ ਇਹ ਸੁਤੰਤਰ ਰਾਜਾਂ ਦਾ ਸੰਘ ਨਹੀਂ ਹੈ। ਇਹ ਕਿਸੇ ਰਾਜਾਂ ਦੇ ਵਿਚਕਾਰ ਕਿਸੇ ਸਮਝੌਤੇ ਦੀ ਉਪਜ ਨਹੀਂ ਹੈ ਜਿਵੇਂ ਕਿ USA ਦਾ ਸੰਘ ਹੈ, ਅਤੇ ਨਾ ਹੀ ਰਾਜ ਇਸ ਦੇ ਵਿੱਚੋਂ ਬਾਹਰ ਜਾ ਸਕਦੇ ਹਨ। ਦੂਸਰੀ ਇਕਾਤਮਕ ਵਿਸ਼ੇਸ਼ਤਾ ਹੈ ਰਾਜਾਂ ਅਤੇ ਕੇਂਦਰ ਲਈ ਇੱਕੋ ਸੰਵਿਧਾਨ ਹੈ। ਆਮ ਕਰਕੇ ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਸੰਘ ਦਾ ਸੰਵਿਧਾਨ ਡਿਫਰੈਂਟ ਹੁੰਦਾ ਹੈ, ਰਾਜਾਂ ਦੇ ਸੰਵਿਧਾਨ ਅਲੱਗ ਹੁੰਦੇ ਹਨ। ਸੰਘ ਸਰਕਾਰ ਦਾ ਪ੍ਰਸ਼ਾਸਕੀ ਢਾਂਚਾ ਸੰਘੀ ਸੰਵਿਧਾਨ ਤੈਅ ਕਰਦਾ ਹੈ। ਰਾਜਾਂ ਦੇ ਪ੍ਰਸ਼ਾਸਕੀ ਢਾਂਚੇ ਨੂੰ ਰਾਜਾਂ ਦੇ ਆਪੋ ਆਪਣੇ ਸੰਵਿਧਾਨ ਤੈਅ ਕਰਦੇ ਹਨ, ਪਰੰਤੂ ਭਾਰਤ ਦਾ ਇੱਕ ਹੀ ਸੰਵਿਧਾਨ ਹੈ। ਉਸੇ ਵਿੱਚ ਹੀ ਕੇਂਦਰ ਸਰਕਾਰ, ਉਸੇ ਵਿੱਚ ਹੀ ਰਾਜ ਸਰਕਾਰ, ਇੱਥੋਂ ਤੱਕ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਅਤੇ ਸ਼ਹਿਰੀ ਜੋ ਲੋਕਲ ਗਵਰਨਮੈਂਟ ਦੀਆਂ ਇੰਸਟੀਟਿਊਸ਼ਨ ਨੇ, ਮਿਊਨਿਸਪਲ ਕਮੇਟੀਜ਼ ਵਗੈਰਾ, ਉਹਨਾਂ ਦੇ ਢਾਂਚੇ ਸੰਬੰਧੀ ਵੀ ਜੋ ਮੌਲਿਕ ਢਾਂਚਾ ਦਿੱਤਾ ਗਿਆ ਹੈ ਉਹ ਸੰਵਿਧਾਨ ਦੇ ਵਿੱਚ ਹੀ ਦਿੱਤਾ ਗਿਆ ਹੈ। ਬੇਸ਼ੱਕ ਇਹਨਾਂ ਰਾਜਾਂ ਦੇ ਆਪੋ ਆਪਣੇ ਜੋ ਕਾਨੂੰਨ ਹਨ ਉਹ ਡਿਟੇਲ ਦੇ ਵਿੱਚ ਪੰਚਾਇਤੀ ਰਾਜ ਅਤੇ ਅਰਬਨ ਲੋਕਲ ਬਾਡੀਜ਼ ਹਨ ਜਿਹੜੀਆਂ ਉਹਨਾਂ ਦੇ ਢਾਂਚੇ ਨੂੰ ਤੈਅ ਕਰਦੇ ਹਨ, ਪਰੰਤੂ ਇਸ ਦਾ ਜੋ ਫਰੇਮਵਰਕ ਹੈ ਉਹ ਸੰਵਿਧਾਨ ਦੇ ਵਿੱਚ ਹੀ ਦਿੱਤਾ ਗਿਆ ਹੈ। ਅਤੇ ਸੰਵਿਧਾਨ ਦੇ ਜਿਹੜੇ ਬਹੁਤੇ ਹਿੱਸੇ ਨੇ ਇਹਨਾਂ ਦੇ ਵਿੱਚ ਇਕੱਲੀ ਪਾਰਲੀਮੈਂਟ ਜਿਹੜੀ ਕਿ ਕੇਂਦਰ ਨੂੰ ਰਿਪਰੈਜ਼ੈਂਟ ਕਰਦੀ ਹੈ ਉਹ ਸੋਧ ਕਰ ਸਕਦੀ ਹੈ, ਰਾਜਾਂ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਪੈਂਦੀ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸੰਵਿਧਾਨ ਇੱਕ ਹੈ, ਰਾਜਾਂ ਦੇ ਵੱਖਰੇ ਸੰਵਿਧਾਨ ਨਹੀਂ ਹਨ, ਅਤੇ ਉਸ ਦੇ ਵਿੱਚ ਬਹੁਤੇ ਹਿੱਸੇ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਵੀ ਸਾਡੀ ਯੂਨੀਅਨ ਪਾਰਲੀਮੈਂਟ ਕੋਲ ਹੀ ਹੈ, ਅਤੇ ਭਾਰਤ ਇਕਾਤਮਕ ਰਾਜ ਹੈ। ਤੀਸਰੀ ਇਕਾਤਮਕ ਵਿਸ਼ੇਸ਼ਤਾ ਹੈ ਕਿ ਰਾਜਾਂ ਦੇ ਨਾਮ ਬਦਲੇ ਜਾ ਸਕਦੇ ਹਨ, ਹੱਦਾਂ ਬਦਲੀਆਂ ਜਾ ਸਕਦੀਆਂ ਹਨ। ਸਾਡੇ ਸੰਵਿਧਾਨ ਦਾ ਆਰਟੀਕਲ 3 ਸਾਡੀ ਪਾਰਲੀਮੈਂਟ ਨੂੰ ਸ਼ਕਤੀ ਦਿੰਦਾ ਹੈ ਕਿ ਉਹ ਦੋ ਰਾਜਾਂ ਨੂੰ ਇਕੱਠੇ ਕਰਕੇ ਇੱਕ ਰਾਜ ਬਣਾ ਸਕਦੀ ਹੈ, ਇੱਕ ਰਾਜ ਨੂੰ ਕੱਟ ਕੇ ਦੋ ਰਾਜ ਬਣਾ ਸਕਦੀ ਹੈ, ਕਿਸੇ ਰਾਜ ਦਾ ਖੇਤਰ ਘਟਾ ਜਾਂ ਵਧਾ ਸਕਦੀ ਹੈ, ਕਿਸੇ ਰਾਜ ਦੀਆਂ ਹੱਦਾਂ 'ਚ ਤਬਦੀਲੀ ਕਰ ਸਕਦੀ ਹੈ, ਕਿਸੇ ਰਾਜ ਦਾ ਨਾਮ ਚੇਂਜ ਕਰ ਸਕਦੀ ਹੈ। ਭਾਵੇਂ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ, ਇਸ ਤਰ੍ਹਾਂ ਦਾ ਬਿੱਲ ਇੰਟਰੋਡਿਊਸ ਕਰਨ ਤੋਂ ਪਹਿਲਾਂ ਰਾਜਾਂ ਨੂੰ ਭੇਜਿਆ ਜਾਂਦਾ ਹੈ, ਸੰਬੰਧਿਤ ਰਾਜਾਂ ਨੂੰ ਇਸ ਤਰ੍ਹਾਂ ਦਾ ਬਿੱਲ, ਪਰੰਤੂ ਰਾਜਾਂ ਨੇ ਜੋ ਰਾਏ ਦਿੱਤੀ ਹੈ, ਜਿਹੜੇ ਰਾਜਾਂ 'ਤੇ ਪ੍ਰਭਾਵ ਪੈਣਾ ਹੋਵੇ ਇਸ ਤਰ੍ਹਾਂ ਦੇ ਬਿੱਲ ਦਾ, ਉਸ ਰਾਏ ਨੂੰ ਮੰਨਣਾ ਜਾਂ ਨਾ ਮੰਨਣਾ ਯੂਨੀਅਨ ਪਾਰਲੀਮੈਂਟ 'ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਰਾਜਾਂ ਦੀ ਜਿਹੜੀ ਆਪਣੀ ਹੋਂਦ ਹੈ ਉਹ ਵੀ ਸਾਡੀ ਕੇਂਦਰੀ ਸੰਸਦ 'ਤੇ ਨਿਰਭਰ ਕਰਦੀ ਹੈ। ਇਸ ਲਈ ਕਿਹਾ ਜਾਂਦਾ ਕਿ ਭਾਰਤ ਨੂੰ ਸੰਘੀ ਰਾਜ ਨਹੀਂ ਮੰਨਿਆ ਜਾ ਸਕਦਾ, ਅਤੇ ਭਾਰਤ ਦੇ ਵਿੱਚ ਨਾਗਰਿਕਤਾ ਇੱਕ ਐਰੀ ਹੈ। ਜਿਹੜੇ ਬਾਕੀ ਦੇ ਦੁਨੀਆ ਦੇ ਸੰਘੀ ਰਾਜ ਹਨ ਉੱਥੇ ਦੋਹਰੀ ਨਾਗਰਿਕਤਾ ਹੁੰਦੀ ਹੈ। ਹਰੇਕ ਰਾਜ ਦੀ ਆਪਣੇ ਨਾਗਰਿਕ ਹੁੰਦੇ ਹਨ, ਅਤੇ ਉਹ ਨਾਗਰਿਕ ਨੇ ਜਿਹੜੇ ਉਹਨਾਂ ਨੂੰ ਸੰਘ ਦੀ ਨਾਗਰਿਕਤਾ ਮਿਲਦੀ ਹੈ, ਪਰੰਤੂ ਭਾਰਤ ਦੇ ਵਿੱਚ ਇਕਾਰੀ ਨਾਗਰਿਕਤਾ ਹੈ। ਸਾਡੇ ਕੋਲ ਰਾਜਾਂ ਦੀ ਨਾਗਰਿਕਤਾ ਨਹੀਂ ਹੈ, ਕੇਵਲ ਭਾਰਤ ਦੀ ਹੀ ਨਾਗਰਿਕਤਾ ਹੈ। ਇਸ ਲਈ ਜਿਹੜੀ ਇਹ ਵਿਵਸਥਾ ਹੈ ਇਸ ਨੂੰ ਵੇਖ ਕੇ ਲੱਗਦਾ ਹੈ ਕਿ ਭਾਰਤ ਸੰਘੀ ਰਾਜ ਨਹੀਂ, ਭਾਰਤ ਇਕਾਤਮਕ ਰਾਜ ਹੀ ਹੈ। ਅਤੇ ਪੰਜਵੀਂ ਇਕਾਤਮਕ ਵਿਸ਼ੇਸ਼ਤਾ ਹੈ ਸਾਡੀ ਜਿਹੜਾ ਦੂਸਰਾ ਸਦਨ ਹੈ ਯੂਨੀਅਨ ਪਾਰਲੀਮੈਂਟ ਦਾ, ਰਾਜ ਸਭਾ, ਉਹਦੇ ਵਿੱਚ ਰਾਜਾਂ ਦੀ ਪ੍ਰਤੀਨਿਧਤਾ ਇਕਸਾਰ ਨਹੀਂ ਹੈ। ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਦੋ ਸਦਨ ਹੁੰਦੇ ਹਨ, ਜਿਵੇਂ ਭਾਰਤ ਦੇ ਵਿੱਚ ਹਨ ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਰਾਜ ਸਭਾ ਰਾਜਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਪਰੰਤੂ ਇਹ ਸਦਨ ਤਾਂ ਬਣਾ ਦਿੱਤਾ ਗਿਆ, ਪਰੰਤੂ
ਇਸ ਦੇ ਵਿੱਚ ਉਹ ਵਿਸ਼ੇਸ਼ਤਾਵਾਂ ਨਹੀਂ ਹਨ ਜਿਹੜੀਆਂ ਕਿ ਇੱਕ ਸੰਘੀ ਸ਼ਾਸਨ ਪ੍ਰਣਾਲੀ ਦੇ ਵਿੱਚ ਇਸ ਹਾਊਸ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਹਾਊਸ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਹਾਊਸ ਦੇ ਵਿੱਚ ਹਰੇਕ ਰਾਜ ਨੂੰ ਬਰਾਬਰ ਪ੍ਰਤੀਨਿਧਤਾ ਮਿਲਦੀ ਹੈ। ਜਿਵੇਂ ਕਿ USA ਦਾ ਜਿਹੜਾ ਫੈਡਰਲ ਸਟਰਕਚਰ ਹੈ, ਉੱਥੇ ਵਿਵਸਥਾ ਹੈ ਕਿ ਉਹਨਾਂ ਦੀ ਸੈਨੇਟ ਦੇ ਵਿੱਚ ਹਰੇਕ ਰਾਜ ਦੇ ਬਰਾਬਰ ਦੋ ਨੁਮਾਇੰਦੇ ਜਾਂਦੇ ਹਨ, ਚਾਹੇ ਕੋਈ ਰਾਜ ਛੋਟਾ ਹੈ ਚਾਹੇ ਵੱਡਾ। ਭਾਰਤੀ ਸੰਵਿਧਾਨ ਨੇ 2 ਸਦਨਾਂ ਦੀ ਵਿਵਸਥਾ ਕੀਤੀ ਹੈ, ਰਾਜ ਸਭਾ ਵੀ ਬਣਾਈ ਹੈ, ਪਰੰਤੂ ਰਾਜ ਸਭਾ ਦੇ ਵਿੱਚ ਵੀ ਜਿਹੜੀ ਪ੍ਰਤੀਨਿਧਤਾ ਹੈ ਉਹ ਲਗਭਗ ਪਾਪੂਲੇਸ਼ਨ ਦੇ ਆਧਾਰ ਤੇ ਹੀ ਹੈ। ਇਸ ਲਈ ਜਿਹੜੇ ਛੋਟੇ ਰਾਜ ਹਨ, ਸਿੱਕਿਮ, ਮਿਜ਼ੋਰਮ, ਗੋਆ ਵਰਗੇ, ਉਹ ਕੇਵਲ ਇੱਕ ਰਿਪਰੈਜ਼ੈਂਟੇਟਿਵ ਭੇਜਦੇ ਹਨ। ਪੰਜਾਬ ਵਰਗੇ ਰਾਜ 7 ਅਤੇ ਯੂਪੀ ਵਰਗੇ ਰਾਜ ਨੇ ਜਿਹੜੇ, ਉਹਨਾਂ ਨੂੰ 31 ਮੈਂਬਰ ਭੇਜਣ ਦਾ ਹੱਕ ਹੈ ਰਾਜ ਸਭਾ ਵਿੱਚ। ਇਸ ਤਰ੍ਹਾਂ ਜਿਹੜੀ ਇਹ ਅਸਮਾਨ ਪ੍ਰਤੀਨਿਧਤਾ ਹੈ ਰਾਜ ਸਭਾ ਦੇ ਵਿੱਚ, ਉਹਦੇ ਨਾਲ ਜਿਹੜਾ ਰਾਜ ਸਭਾ ਨੂੰ ਸਥਾਪਿਤ ਕੀਤੇ ਜਾਣ ਦਾ ਅਸਲੀ ਮਕਸਦ ਸੀ ਕਿ ਸਾਰੇ ਰਾਜਾਂ ਨੂੰ ਸਮਾਨਤਾ ਇਸ ਹਾਊਸ ਦੇ ਵਿੱਚ ਮਿਲੇਗੀ, ਉਹ ਖਤਮ ਹੋ ਗਿਆ ਹੈ। ਅਤੇ ਜਿਹੜੀ ਵਿਸ਼ਿਆਂ ਦੀ ਵੰਡ ਹੈ ਉਹ ਪੂਰੀ ਤਰ੍ਹਾਂ ਕੇਂਦਰ ਦੇ ਫੇਵਰ ਦੇ ਵਿੱਚ ਹੈ। ਜਦੋਂ ਅਸੀਂ 3 ਲਿਸਟਾਂ ਤੇ ਨਜ਼ਰ ਮਾਰਦੇ ਹਾਂ ਜਿਹੜੀਆਂ 7ਵੇਂ ਸ਼ਡਿਊਲ ਦੇ ਵਿੱਚ ਦਿੱਤੀਆਂ ਗਈਆਂ ਹਨ, ਤਾਂ ਅਸੀਂ ਵੇਖਦੇ ਹਾਂ ਕਿ ਸੰਘੀ ਸੂਚੀ ਦੇ ਵਿੱਚ ਬਹੁਤ ਜ਼ਿਆਦਾ ਵਿਸ਼ੇ ਹਨ। ਸਾਰੇ ਇੰਪੋਰਟੈਂਟ ਵਿਸ਼ੇ ਸੰਘੀ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 97 ਹੈ। ਰਾਜ ਸੂਚੀ ਦੇ ਵਿੱਚ 66 ਵਿਸ਼ੇ ਹਨ, ਸਮਵਰਤੀ ਵਿੱਚ 47 ਵਿਸ਼ੇ ਹਨ। ਇਹਨਾਂ 47 ਵਿਸ਼ਿਆਂ ਤੇ ਵੀ ਕੇਂਦਰ ਦੀ ਪ੍ਰਮੁੱਖਤਾ ਹੈ। ਅਤੇ ਜਿਹੜੇ ਬਕਾਇਆ ਵਿਸ਼ੇ ਹਨ, ਭਾਵ ਜਿਹੜਾ ਕਿਸੇ ਵੀ ਸੂਚੀ ਦੇ ਵਿੱਚ ਨਹੀਂ ਪਾਇਆ ਗਿਆ, ਉਹਨਾਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਸਾਡੀ ਯੂਨੀਅਨ ਪਾਰਲੀਮੈਂਟ ਕੋਲ ਹੀ ਹੈ। ਇਸ ਤਰ੍ਹਾਂ ਸ਼ਕਤੀਆਂ ਦੀ ਵੰਡ ਪੂਰੀ ਤਰ੍ਹਾਂ ਸੈਂਟਰ ਦੇ ਪੱਖ 'ਚ ਹੈ। ਅਤੇ 7ਵੀਂ ਵਿਸ਼ੇਸ਼ਤਾ ਹੈ ਜਿਹੜੀ ਸਾਨੂੰ ਇਕਾਤਮਕ ਹੋਣ ਵੱਲ ਇਸ਼ਾਰਾ ਕਰਦੀ ਹੈ ਕਿ ਸੰਸਦ ਰਾਜ ਸੂਚੀ ਦੇ ਵਿਸ਼ਿਆਂ ਤੇ ਵੀ ਕਾਨੂੰਨ ਬਣਾ ਸਕਦੀ ਹੈ। ਪਹਿਲਾਂ ਤਾਂ ਰਾਜਾਂ ਨੂੰ ਵਿਸ਼ੇ ਬਹੁਤ ਘੱਟ ਦਿੱਤੇ ਗਏ ਹਨ, ਪਰੰਤੂ ਕਈ ਇਸ ਤਰ੍ਹਾਂ ਦੇ ਆਧਾਰ ਹਨ ਜਿਨ੍ਹਾਂ ਨੂੰ ਵਰਤ ਕੇ ਸਾਡੀ ਕੇਂਦਰੀ ਪਾਰਲੀਮੈਂਟ ਰਾਜ ਸੂਚੀ ਦੇ 66 ਵਿਸ਼ਿਆਂ 'ਚੋਂ ਕਿਸੇ ਵੀ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਕਈ ਵਿਵਸਥਾਵਾਂ ਹਨ ਇਸ ਸੰਬੰਧੀ ਸੰਵਿਧਾਨ ਦੇ ਵਿੱਚ, ਜਿਵੇਂ ਰਾਸ਼ਟਰੀ ਹਿੱਤ ਦੇ ਵਿੱਚ ਆਰਟੀਕਲ 249 ਦੇ ਵਿੱਚ ਵਿਵਸਥਾ ਹੈ ਕਿ ਰਾਸ਼ਟਰੀ ਹਿੱਤ ਦੇ ਵਿੱਚ ਯੂਨੀਅਨ ਪਾਰਲੀਮੈਂਟ ਰਾਜ ਦੇ ਕਿਸੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ ਜੇਕਰ ਰਾਜ ਸਭਾ ਨੇ ਇਹ ਮਤਾ ਪਾਸ ਕੀਤਾ ਹੋਵੇ ਆਪਣੇ 2/3 ਮੈਜੋਰਟੀ ਦੇ ਨਾਲ ਕਿ ਇਸ ਵਿਸ਼ੇ ਸੰਬੰਧੀ ਨੈਸ਼ਨਲ ਇੰਟਰਸਟ ਦੇ ਵਿੱਚ ਜ਼ਰੂਰੀ ਹੈ ਕਿ ਯੂਨੀਅਨ ਪਾਰਲੀਮੈਂਟ ਕਾਨੂੰਨ ਬਣਾਵੇ। ਭਾਵ ਯੂਨੀਅਨ ਪਾਰਲੀਮੈਂਟ ਦਾ ਇੱਕ ਅੰਗ ਹੀ ਯੂਨੀਅਨ ਪਾਰਲੀਮੈਂਟ ਨੂੰ ਹੋਰ ਪਾਵਰ ਦੇ ਸਕਦਾ ਹੈ ਰਾਜਾਂ ਦੇ ਹਿੱਸੇ 'ਚੋਂ ਲੈ ਕੇ। ਅਤੇ ਜੇਕਰ ਰਾਸ਼ਟਰੀ ਸੰਕਟ ਕਾਲ ਦਾ ਐਲਾਨ ਕੀਤਾ ਹੋਇਆ ਹੋਵੇ ਤਾਂ ਆਰਟੀਕਲ 250 ਦੇ ਵਿੱਚ ਵਿਵਸਥਾ ਹੈ ਕਿ ਰਾਜ ਸੂਚੀ ਦੇ ਜਿੰਨੇ ਵੀ ਵਿਸ਼ੇ ਹਨ, 66 ਵਿਸ਼ੇ ਹਨ, ਉਹਨਾਂ 'ਚੋਂ ਕਿਸੇ ਵੀ ਵਿਸ਼ੇ ਤੇ ਯੂਨੀਅਨ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਅਤੇ ਆਰਟੀਕਲ 253 ਦੇ ਵਿੱਚ ਵਿਵਸਥਾ ਹੈ ਕਿ ਕਿਸੇ ਅੰਤਰਰਾਸ਼ਟਰੀ ਸੰਧੀ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਜੇਕਰ ਜ਼ਰੂਰਤ ਪਵੇ ਤਾਂ ਰਾਜ ਸੂਚੀ ਦੇ ਵਿੱਚ ਸ਼ਾਮਲ ਕਿਸੇ ਵੀ ਵਿਸ਼ੇ ਤੇ ਯੂਨੀਅਨ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਇਸ ਤਰ੍ਹਾਂ ਇੱਕ ਤਾਂ ਰਾਜਾਂ ਨੂੰ ਬਹੁਤ ਘੱਟ ਵਿਸ਼ੇ ਦਿੱਤੇ ਗਏ ਹਨ ਕਾਨੂੰਨ ਬਣਾਉਣ ਲਈ, ਜ਼ਿਆਦਾ ਵਿਸ਼ੇ ਕੇਂਦਰ ਕੋਲ ਹਨ। ਅਤੇ ਦੂਸਰਾ, ਕੇਂਦਰ ਕੋਲ ਅਨੇਕਾਂ ਇਸ ਤਰ੍ਹਾਂ ਦੇ ਆਧਾਰ ਹਨ ਜਿਨ੍ਹਾਂ ਨੂੰ ਵਰਤ ਕੇ ਉਹ ਰਾਜ ਸੂਚੀ ਦੇ ਵਿੱਚ ਵੀ ਇੰਟਰਫੇਰੈਂਸ ਕਰ ਸਕਦਾ ਹੈ। ਅਤੇ ਸੰਘ ਜਾਂ ਕੇਂਦਰ ਦਾ ਰਾਜਾਂ ਤੇ ਬੜਾ ਸਖਤ ਪ੍ਰਸ਼ਾਸਕੀ ਕੰਟਰੋਲ ਸਥਾਪਿਤ ਕੀਤਾ ਗਿਆ ਹੈ ਸੰਵਿਧਾਨ ਦੁਆਰਾ। ਸੰਵਿਧਾਨ ਦੇ ਆਰਟੀਕਲ 256 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਕਰਦੇ ਸਮੇਂ ਸੰਸਦੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਅਤੇ ਅਗਲੇ ਹੀ ਆਰਟੀਕਲ ਦੇ ਵਿੱਚ ਕਿਹਾ ਗਿਆ ਕਿ ਰਾਜ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਕਰਦੇ ਸਮੇਂ ਸੰਘ ਦੀ ਕਾਰਜਕਾਰੀ ਸ਼ਕਤੀ ਦੇ ਰਸਤੇ ਵਿੱਚੋਂ ਰੁਕਾਵਟ ਨਹੀਂ ਬਣਨਗੇ। ਭਾਵ ਚਾਹੇ ਕਾਰਜਕਾਰੀ ਸ਼ਕਤੀ ਹੋਵੇ ਤੇ ਭਾਵੇਂ ਲੈਜਿਸਲੇਟਿਵ ਪਾਵਰ ਹੋਵੇ, ਯੂਨੀਅਨ ਨੂੰ ਹਮੇਸ਼ਾ ਉੱਪਰ ਰੱਖਿਆ ਗਿਆ ਹੈ। ਅਤੇ ਇਹਨਾਂ ਦੋਹਾਂ ਸ਼ਰਤਾਂ ਨੂੰ ਯਕੀਨੀ ਬਣਾਉਣ ਲਈ ਸਾਡੀ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਡਾਇਰੈਕਸ਼ਨ ਦੇ ਸਕਦੀ ਹੈ। ਇਹ ਡਾਇਰੈਕਸ਼ਨ ਮੰਨਣੀਆਂ, ਇਹਨਾਂ ਨਿਰਦੇਸ਼ਾਂ ਦਾ ਪਾਲਣ ਕਰਨਾ ਰਾਜ ਸਰਕਾਰਾਂ ਲਈ ਜ਼ਰੂਰੀ ਹੁੰਦਾ ਹੈ। ਅਤੇ ਜੇਕਰ ਕਿਸੇ ਰਾਜ ਦੀ ਸਰਕਾਰ ਇਹਨਾਂ ਡਾਇਰੈਕਸ਼ਨ ਦੀ ਪਾਲਣਾ ਨਾ ਕਰੇ ਤਾਂ ਆਰਟੀਕਲ 365 ਦੇ ਵਿੱਚ ਵਿਵਸਥਾ ਹੈ ਕਿ ਰਾਸ਼ਟਰਪਤੀ ਇਹ ਰਿਜ਼ਲਟ ਕੱਢ ਸਕਦਾ ਹੈ ਕਿ ਇਸ ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਅਸਫਲ ਹੋ ਗਈ ਹੈ। ਅਤੇ ਜੇਕਰ ਸੰਵਿਧਾਨਕ ਮਸ਼ੀਨਰੀ ਅਸਫਲ ਹੋ ਗਈ ਹੋਵੇ ਕਿਸੇ ਰਾਜ ਦੇ ਵਿੱਚ ਤਾਂ ਉਸ ਦਾ ਜੋ ਇਲਾਜ ਹੈ ਉਹ ਸੰਵਿਧਾਨ ਦੇ ਆਰਟੀਕਲ 356 ਦੇ ਵਿੱਚ ਦਿੱਤਾ ਗਿਆ ਹੈ। ਅਤੇ 356 ਦੇ ਵਿੱਚ ਕਿਹਾ ਗਿਆ ਹੈ ਕਿ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਇਸ ਤਰ੍ਹਾਂ ਰਾਜ ਸਰਕਾਰਾਂ ਲਈ ਕੇਂਦਰ ਦੇ ਕਿਸੇ ਵੀ ਨਿਰਦੇਸ਼ ਨੂੰ ਮੰਨਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ ਰਾਜ ਦੀ ਸਰਕਾਰ ਤੋੜ ਕੇ।
ਅਤੇ ਜੋ ਰਾਜ ਨੇ ਉਹ ਪੂਰੀ ਤਰ੍ਹਾਂ ਨਾਲ ਵਿੱਤੀ ਤੌਰ ਤੇ ਕੇਂਦਰ ਤੇ ਨਿਰਭਰ ਨੇ। ਜਿਹੜੀ ਵਿੱਤੀ ਸੋਮਿਆਂ ਦੀ ਵੰਡ ਹੈ ਉਹ ਪੂਰੀ ਤਰ੍ਹਾਂ ਨਾਲ ਕੇਂਦਰ ਦੇ ਪੱਖ ਦੇ ਵਿੱਚ ਹੈ। ਜਿਹੜੇ ਵੱਡੇ ਵੱਡੇ ਟੈਕਸ ਹਨ, ਆਮਦਨ ਦੇ ਵੱਡੇ ਸੋਮੇ ਹਨ, ਉਹ ਕੇਂਦਰ ਨੂੰ ਦਿੱਤੇ ਗਏ ਹਨ, ਜਿਵੇਂ ਕਿ ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ, ਵਿਦੇਸ਼ੀ ਵਪਾਰ ਤੇ ਲੱਗਣ ਵਾਲੇ ਟੈਕਸ। ਇਸ ਲਈ ਰਾਜਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਲੋੜੀਂਦੇ ਜੋ ਫੰਡਸ ਹਨ ਉਹ ਕੇਂਦਰ ਤੋਂ ਪ੍ਰਾਪਤ ਕਰਨੇ ਪੈਂਦੇ ਹਨ, ਗ੍ਰਾਂਟਾਂ ਦੇ ਰੂਪ ਦੇ ਵਿੱਚ, ਲੋਨ ਦੇ ਰੂਪ ਦੇ ਵਿੱਚ। ਅਤੇ ਕੇਂਦਰ ਸਰਕਾਰ ਗ੍ਰਾਂਟ ਦਿੰਦੇ ਸਮੇਂ ਸ਼ਰਤਾਂ ਵੀ ਲਾਉਂਦੀ ਹੈ ਕਿ ਇਹਨਾਂ ਗ੍ਰਾਂਟਾਂ ਦੀ ਵਰਤੋਂ ਕਿਵੇਂ ਕੀਤੀ ਜਾਣੀ ਹੈ। ਉਹ ਪੈਸਾ ਬੇਸ਼ੱਕ ਉਹਨਾਂ ਕੰਮਾਂ ਦੇ ਵਿੱਚ ਲਗਾਇਆ ਜਾਂਦਾ ਹੈ ਜਿਹੜੇ ਕੰਮ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਪਰੰਤੂ ਕੇਂਦਰ ਸਰਕਾਰ ਦੀਆਂ ਸ਼ਰਤਾਂ ਉਹਨਾਂ ਵਿਸ਼ਿਆਂ ਤੇ ਵੀ ਫਿਰ ਲਾਗੂ ਹੋ ਜਾਂਦੀਆਂ ਹਨ, ਕਿਉਂਕਿ ਕੇਂਦਰ ਸਰਕਾਰ ਤੋਂ ਰਾਜਾਂ ਨੂੰ ਪੈਸੇ ਲੈਣੇ ਪੈਂਦੇ ਹਨ, ਫੰਡਸ ਲੈਣੇ ਪੈਂਦੇ ਹਨ। ਅਤੇ ਰਾਜਪਾਲ ਹੈ ਜਿਹੜਾ ਰਾਜਾਂ ਦਾ ਸੰਵਿਧਾਨਕ ਮੁਖੀ ਹੁੰਦਾ ਹੈ। ਕਈ ਵਾਰੀ ਰਾਜਪਾਲ ਇੰਟਰਫੇਰੈਂਸ ਵੀ ਕਰਦਾ ਹੈ ਰਾਜਾਂ ਦੇ ਰਾਜ ਪ੍ਰਬੰਧ ਦੇ ਸੰਚਾਲਨ ਦੇ ਵਿੱਚ, ਪ੍ਰਸ਼ਾਸਨ ਦੇ ਸੰਚਾਲਨ ਦੇ ਵਿੱਚ। ਉਸ ਕੋਲ ਕਈ ਡਿਸਕ੍ਰਿਸ਼ਨਰੀ ਪਾਵਰਸ ਹੁੰਦੀਆਂ ਹਨ, ਵਿਵੇਕੀ ਸ਼ਕਤੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਉਹ ਆਪ ਕਰਦਾ ਹੈ, ਮੰਤਰੀ ਮੰਡਲ ਦੀ ਸਲਾਹ ਅਨੁਸਾਰ ਨਹੀਂ ਕਰਦਾ। ਪਰੰਤੂ ਰਾਜਪਾਲ ਕੇਂਦਰ ਦੁਆਰਾ ਥੋਪਿਆ ਜਾਂਦਾ ਹੈ ਰਾਜ ਦੇ ਲੋਕਾਂ ਤੇ। ਬੇਸ਼ੱਕ ਉਹ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ, ਪਰੰਤੂ ਰਾਜ ਦੇ ਲੋਕਾਂ ਜਾਂ ਰਾਜ ਦੀ ਸਰਕਾਰ ਦਾ ਕੋਈ ਵੀ ਅਧਿਕਾਰ ਨਹੀਂ ਹੁੰਦਾ। ਰਾਜਪਾਲ ਦੀ ਸਿਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ। ਰਾਜਪਾਲ ਕੇਂਦਰ ਦੀ ਸਰਕਾਰ ਦੇ ਦੁਆਰਾ ਅਪੁਆਇੰਟ ਕੀਤਾ ਜਾਂਦਾ ਹੈ, ਰਾਸ਼ਟਰਪਤੀ ਦੁਆਰਾ ਅਪੁਆਇੰਟ ਕੀਤਾ ਜਾਂਦਾ ਹੈ। ਰਾਸ਼ਟਰਪਤੀ ਅਸੀਂ ਜਾਣਦੇ ਹਾਂ ਕਿ ਸਾਰੇ ਕੰਮ ਕੇਂਦਰ ਸਰਕਾਰ ਦੀ ਸਿਫਾਰਿਸ਼ ਤੇ ਕਰਦਾ ਹੈ। ਇਸ ਤਰ੍ਹਾਂ ਰਾਜਪਾਲ ਕੇਂਦਰ ਸਰਕਾਰ ਦੇ ਏਜੰਟ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ। ਜਦੋਂ ਜਿਸ ਰਾਜ ਦੇ ਵਿੱਚ ਉਹੀ ਪਾਰਟੀ ਦੀ ਸਰਕਾਰ ਹੋਵੇ, ਜਿਸ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ, ਤਾਂ ਰਾਜਪਾਲ ਇੱਕ ਰਬੜ ਸਟੈਂਪ ਬਣ ਕੇ ਕੰਮ ਕਰਦਾ ਹੈ। ਅਤੇ ਜਦੋਂ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਤਾਂ ਰਾਜਪਾਲ ਉੱਥੋਂ ਦੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਸ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਈ ਵਾਰੀ ਅੜਿੱਕੇ ਪਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਅਤੇ ਰਾਸ਼ਟਰਪਤੀ ਦੇ ਕੋਲ ਕੁਝ ਸੰਕਟਕਾਲੀ ਸ਼ਕਤੀਆਂ ਹਨ। ਸੰਵਿਧਾਨ ਦੇ 18ਵੇਂ ਭਾਗ ਦੇ ਵਿੱਚ ਆਰਟੀਕਲ 352 ਤੋਂ ਲੈ ਕੇ 360 ਤੱਕ 3 ਕਿਸਮ ਦੀ ਐਮਰਜੈਂਸੀ ਦੀ ਵਿਵਸਥਾ ਹੈ। ਪਹਿਲੀ ਐਮਰਜੈਂਸੀ ਹੈ ਜਿਹੜੀ ਕਿਸੇ ਯੁੱਧ ਸਮੇਂ, ਬਾਹਰੀ ਹਮਲੇ ਸਮੇਂ ਜਾਂ ਹਥਿਆਰਬੰਦ ਵਿਦਰੋਹ ਹੋ ਜਾਣ ਸਮੇਂ ਇੰਪਲੀਮੈਂਟ ਕੀਤੀ ਜਾਂਦੀ ਹੈ, ਅਪਲਾਈ ਕੀਤੀ ਜਾਂਦੀ ਹੈ। ਦੂਸਰੇ ਦਾ ਸੰਕਟ ਕਾਲ ਹੈ ਕਿਸੇ ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਦਾ ਫੇਲ ਹੋਣਾ, ਜਿਹਨੂੰ ਅਸੀਂ ਆਮ ਬੋਲਚਾਲ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣਾ ਕਹਿ ਦਿੰਦੇ ਹਾਂ। ਅਤੇ ਤੀਸਰਾ ਹੈ ਭਾਰਤ ਜਾਂ ਇਸ ਦੇ ਕਿਸੇ ਹਿੱਸੇ ਦੇ ਵਿੱਚ ਜੇਕਰ ਵਿੱਤੀ ਸਥਿਰਤਾ ਨੂੰ ਖਤਰਾ ਪੈਦਾ ਹੋ ਜੇ, ਭਾਵ ਦੀਵਾਲੀਆ ਨਿਕਲਣ ਵਾਲੀ ਗੱਲ ਹੋ ਜੇ ਕਿਸੇ ਸਰਕਾਰ ਦੀ, ਤਾਂ ਵਿੱਤੀ ਸੰਕਟ ਕਾਲ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਦੁਆਰਾ। ਇਹਨਾਂ ਚੋਂ ਕਿਸੇ ਵੀ ਸੰਕਟ ਕਾਲ ਦਾ ਜਦੋਂ ਐਲਾਨ ਹੁੰਦਾ ਹੈ ਤਾਂ ਰਾਸ਼ਟਰਪਤੀ ਨੂੰ ਵਿਸ਼ੇਸ਼ ਸ਼ਕਤੀਆਂ, ਜਾਂ ਅਸੀਂ ਕਹਿ ਲਈਏ ਕੇਂਦਰ ਸਰਕਾਰ ਨੂੰ ਵਿਸ਼ੇਸ਼ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਅਤੇ ਸੰਕਟ ਕਾਲ ਦੇ ਦੌਰਾਨ ਜਿਹੜਾ ਸਾਡਾ ਅਰਧ ਸੰਘੀ ਸੰਵਿਧਾਨ ਹੈ, ਇਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਯੂਨਿਟਰੀ ਫਾਰਮ ਦੇ ਵਿੱਚ ਬਦਲ ਲੈਂਦਾ ਹੈ, ਇਕਾਤਮਕ ਸਰੂਪ ਦੇ ਵਿੱਚ ਬਦਲ ਲੈਂਦਾ ਹੈ। ਭਾਰਤ ਦੇ ਵਿੱਚ ਸਰਬ ਭਾਰਤੀ ਸੇਵਾਵਾਂ ਦੀ ਵਿਵਸਥਾ ਹੈ, ਆਲ ਇੰਡੀਆ ਸਰਵਿਸਿਜ਼, ਜਿਵੇਂ IAS, IPS ਆਦਿ। ਇਹਨਾਂ ਸਰਵਿਸਿਜ਼ ਦੇ ਜਿਹੜੇ ਅਧਿਕਾਰੀ ਨੇ, ਇਹਨਾਂ ਦੀ ਅਪੁਆਇੰਟਮੈਂਟ, ਇਹਨਾਂ ਦੀਆਂ ਸਰਵਿਸ ਕੰਡੀਸ਼ਨਸ ਸੈਂਟਰ ਸਰਕਾਰ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। UPSC ਜਿਹੜੀ ਕਿ ਇੱਕ ਸੈਂਟਰ ਦੀ ਏਜੰਸੀ ਹੈ, ਉਸ ਦੁਆਰਾ ਇਹਨਾਂ ਦੀਆਂ ਨਿਯੁਕਤੀਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਸੇ ਦੁਆਰਾ ਹੀ ਇਹਨਾਂ ਦੀਆਂ ਸੇਵਾ ਸ਼ਰਤਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਸਰਕਾਰ ਦੁਆਰਾ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਅਤੇ ਇਹਨਾਂ ਅਧਿਕਾਰੀਆਂ ਦੀ ਨਿਯੁਕਤੀ ਕੇਂਦਰੀ ਮਹਿਕਮੇ 'ਚ ਵੀ ਹੁੰਦੀ ਹੈ, ਪਰੰਤੂ ਰਾਜਾਂ ਦੇ ਮਹਿਕਮਿਆਂ ਦੇ ਵਿੱਚ ਵੀ ਹੁੰਦੀ ਹੈ। ਜਿਵੇਂ ਪੁਲਿਸ ਦਾ ਮਹਿਕਮਾ ਰਾਜਾਂ ਕੋਲ ਹੈ, ਪਰੰਤੂ ਪੁਲਿਸ ਦੇ ਵਿੱਚ ਵੀ ਜਿਹੜੇ ਉੱਚ ਲੈਵਲ ਦੇ ਅਧਿਕਾਰੀ ਨੇ, SSP ਜਾਂ ਉਸ ਤੋਂ ਉੱਪਰਲੇ ਅਧਿਕਾਰੀ ਨੇ, ਉਹ ਰਾਜਾਂ ਦੀ ਜਿਹੜੀ ਪੁਲਿਸ ਸਰਵਿਸ ਹੈ ਉਹਦੇ ਵਿੱਚੋਂ ਅਪੁਆਇੰਟ ਨਹੀਂ ਕੀਤੇ ਜਾਂਦੇ। ਜਿਹੜੀ ਸਾਡੀ IPS ਸਰਵਿਸ ਹੈ ਉਸੇ ਵਿੱਚੋਂ ਅਪੁਆਇੰਟ ਕੀਤੇ ਜਾਂਦੇ ਹਨ। ਇਸ ਤਰ੍ਹਾਂ ਜਿਹੜੇ IAS ਅਧਿਕਾਰੀ ਹਨ ਉਹ ਵੀ ਕੇਂਦਰੀ ਵਿਸ਼ਿਆਂ ਦਾ ਵੀ ਅਤੇ ਨਾਲ ਰਾਜਾਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਦਾ ਵੀ ਸੰਚਾਲਨ ਕਰਦੇ ਹਨ। ਉੱਚੇ ਲੈਵਲ ਦੇ ਅਹੁਦਿਆਂ 'ਤੇ ਉਹਨਾਂ ਨੂੰ ਹੀ ਅਪੁਆਇੰਟ ਕੀਤਾ ਜਾਂਦਾ ਹੈ। ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਕਈ ਜੋ ਵਿਸ਼ਲੇਸ਼ਕ ਹਨ ਉਹ ਕਹਿੰਦੇ ਹਨ ਕਿ ਭਾਰਤ ਸੰਘੀ ਸੰਵਿਧਾਨ ਨਹੀਂ, ਭਾਰਤ ਇਕਾਤਮਕ ਸੰਵਿਧਾਨ ਹੈ। ਅਤੇ ਲਾਸਟ 'ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਭਾਰਤ ਇੱਕ ਵਿਸ਼ੇਸ਼ ਕਿਸਮ ਦਾ ਸੰਘ ਹੈ, ਕਿਉਂਕਿ ਭਾਰਤ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਉਸ ਤਰ੍ਹਾਂ ਦੇ ਨਹੀਂ ਸੀ ਜਦੋਂ ਭਾਰਤ ਇੱਕ ਸੰਘੀ ਰਾਜ ਬਣਿਆ, ਜਿਸ ਤਰ੍ਹਾਂ ਦੇ ਅਮਰੀਕਨ ਜਾਂ
ਸਵਿਟਜ਼ਰਲੈਂਡ ਦੀ ਫੈਡਰੇਸ਼ਨ ਬਣਨ ਸਮੇਂ ਉਹਨਾਂ ਦੀ ਸੀ। ਉਸੇ ਸਮੇਂ ਜਿਸ ਸਮੇਂ ਸੰਵਿਧਾਨ ਬਣਾਇਆ ਜਾ ਰਿਹਾ ਸੀ, ਸਾਡੇ ਦੇਸ਼ ਦੀ ਵੰਡ ਹੋ ਗਈ, ਦੰਗੇ ਹੋਏ, ਹਿਜਰਤ ਹੋਈ ਵੱਡੇ ਪੱਧਰ 'ਤੇ, ਲੱਖਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਬਹੁਤ ਜ਼ਿਆਦਾ ਪ੍ਰੋਪਰਟੀ ਦਾ ਨੁਕਸਾਨ ਹੋਇਆ। ਇਸ ਲਈ ਰਾਜਾਂ ਨੂੰ ਕਮਜ਼ੋਰ ਬਣਾਇਆ ਗਿਆ ਸੰਵਿਧਾਨ ਸਭਾ ਦੁਆਰਾ, ਤਾਂ ਕਿ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਕੋਈ ਰਾਜ ਅਲੱਗ ਹੋਣ ਦੀ ਗੱਲ ਕਰਦਾ ਹੈ, ਤਾਂ ਕੇਂਦਰ ਸਰਕਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਉਸ ਰਾਜ ਨੂੰ ਰੋਕ ਸਕੇ, ਉਸ ਰਾਜ 'ਤੇ ਆਪਣਾ ਕੰਟਰੋਲ ਸਥਾਪਿਤ ਕਰ ਸਕੇ। ਅਤੇ ਸੰਵਿਧਾਨਕ ਕਾਨੂੰਨ ਦੇ ਇੱਕ ਵਿਸ਼ਲੇਸ਼ਕ ਆਈਵਰ ਜੈਨਿੰਗਸ ਦਾ ਵਿਚਾਰ ਹੈ ਕਿ ਭਾਰਤ ਕੇਂਦਰੀਕਰਨ ਦੀਆਂ ਜ਼ੋਰਦਾਰ ਪ੍ਰਵਿਰਤੀਆਂ ਵਾਲਾ ਸੰਘੀ ਰਾਜ ਹੈ। ਜਿਵੇਂ ਅਸੀਂ ਵੇਖਿਆ ਸੀ ਕਿ ਪਿਛਲੇ ਸੈਕਸ਼ਨ ਦੇ ਵਿੱਚ ਸ਼ੁਰੂ ਦੇ ਵਿੱਚ ਕੁਝ ਵਿਸ਼ਲੇਸ਼ਕ ਕਹਿੰਦੇ ਹਨ ਸੰਘੀ ਰਾਜ ਹੈ, ਕੁਝ ਕਹਿੰਦੇ ਨੇ ਇਕਾਤਮਕ ਰਾਜ ਹੈ। ਇਸੇ ਹੀ ਲੋ ਦੇ ਵਿੱਚ ਸਰ ਆਈਵਰ ਜੈਨਿੰਗਸ ਕਹਿੰਦੇ ਹਨ ਕਿ ਭਾਰਤ ਸੰਘੀ ਰਾਜ ਹੈ, ਪਰੰਤੂ ਇਸ ਦੇ ਵਿੱਚ ਜ਼ੋਰਦਾਰ ਪ੍ਰਵਿਰਤੀਆਂ ਹਨ ਇਕਾਤਮਕ ਰਾਜ ਵਾਲੀਆਂ। ਅਸੀਂ ਲਾਸਟ 'ਤੇ ਕਨਕਲੂਡ ਕਰ ਸਕਦੇ ਹਾਂ ਕਿ ਜਦੋਂ ਨਾਰਮਲ ਹਾਲਾਤ ਹੁੰਦੇ ਹਨ ਤਾਂ ਭਾਰਤ ਇੱਕ ਸੰਘੀ ਰਾਜ ਹੁੰਦਾ ਹੈ। ਇਸ ਵਿੱਚ ਦੋ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਕੇਂਦਰ ਸਰਕਾਰ ਅਤੇ ਰਾਜਾਂ ਦੀਆਂ ਸਰਕਾਰਾਂ। ਦੋਹਾਂ ਨੂੰ ਸ਼ਕਤੀਆਂ ਵੰਡ ਕੇ ਸੰਵਿਧਾਨ ਨੇ ਦਿੱਤੀਆਂ ਹੋਈਆਂ ਹਨ, ਦੋਵੇਂ ਆਪੋ ਆਪਣੇ ਖੇਤਰ ਦੇ ਵਿੱਚ ਕੰਮ ਕਰਦੀਆਂ ਹਨ। ਪਰੰਤੂ ਜਦੋਂ ਕੋਈ ਸੰਕਟ ਕਾਲ ਆ ਜਾਏ, ਕਿਸੇ ਐਮਰਜੈਂਸੀ ਦਾ ਐਲਾਨ ਹੋ ਜੇ, ਤਾਂ ਰਾਜ ਨੇ ਜਿਹੜੇ ਉਹਨਾਂ ਦੀਆਂ ਸ਼ਕਤੀਆਂ ਕੇਂਦਰ ਕੋਲ ਚਲੀਆਂ ਜਾਂਦੀਆਂ ਹਨ। ਰਾਜ ਪੂਰੀ ਤਰ੍ਹਾਂ ਨਾਲ ਕੇਂਦਰ ਦੇ ਕੰਟਰੋਲ 'ਚ ਆ ਜਾਂਦੇ ਹਨ। ਕੇਂਦਰ ਸਰਕਾਰ ਜਿਹੜੀ ਵੀ ਚਾਹੇ ਉਸ ਸ਼ਕਤੀ ਦੀ ਵਰਤੋਂ ਕਰ ਸਕਦੀ ਹੈ ਜਿਹੜੀ ਰੂਟੀਨ ਦੇ ਵਿੱਚ ਰਾਜਾਂ ਕੋਲ ਹੁੰਦੀ ਹੈ। ਇਸ ਤਰ੍ਹਾਂ ਭਾਰਤੀ ਸੰਵਿਧਾਨ ਹੈ ਜਿਹੜਾ, ਇਹ ਥੋੜ੍ਹਾ ਜਿਹਾ ਇੱਕ ਵੱਖਰੀ ਕਿਸਮ ਦਾ ਹੈ ਇਸ ਪੱਖ ਤੋਂ। ਇਹ ਨਾ ਤਾਂ ਪੂਰੀ ਤਰ੍ਹਾਂ ਨਾਲ ਸੰਘੀ ਰਾਜ ਹੈ, ਨਾ ਇਕਾਤਮਕ ਰਾਜ ਹੈ, ਅਤੇ ਅਸੀਂ ਕਨਕਲੂਡ ਕਰ ਸਕਦੇ ਹਾਂ ਕਿ ਇਹ ਨਾਰਮਲ ਹਾਲਾਤ ਦੇ ਵਿੱਚ ਭਾਰਤ ਦੇ ਵਿੱਚ ਸੰਘੀ ਸ਼ਾਸਨ ਪ੍ਰਣਾਲੀ ਹੁੰਦੀ ਹੈ। ਪਰੰਤੂ ਜਦੋਂ ਹਾਲਾਤ ਨਾਰਮਲ ਨਾ ਹੋਣ, ਕੋਈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਭਾਰਤ 'ਤੇ ਆ ਪਵੇ, ਤਾਂ ਭਾਰਤੀ ਸ਼ਾਸਨ ਪ੍ਰਬੰਧ ਆਪਣੇ ਆਪ ਨੂੰ ਇਕਾਤਮਕ ਰੂਪ ਦੇ ਵਿੱਚ ਬਦਲ ਲੈਂਦਾ ਹੈ। ਕੇਂਦਰ ਸਰਕਾਰ ਦੀਆਂ ਸ਼ਕਤੀਆਂ ਵੱਧ ਜਾਂਦੀਆਂ ਹਨ, ਰਾਜ ਸਰਕਾਰਾਂ ਦੀਆਂ ਸ਼ਕਤੀਆਂ ਘੱਟ ਜਾਂਦੀਆਂ ਹਨ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।